ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਰਹਿਮਤਾਂ ਵਰਸਾ ਰਹੇ ਨੇ। ਲੰਗਰ ਦਾ ਪ੍ਰਵਾਹ ਚੱਲ ਰਿਹਾ, ਸ਼ਬਦ ਦਾ ਪ੍ਰਵਾਹ ਚੱਲ ਰਿਹਾ। ਦੂਰੋਂ ਦੂਰੋਂ ਲੋਕ ਸਤਿਗੁਰੂ ਜੀ ਦੀ ਸ਼ਰਣੀ ਆਉਂਦੇ ਨੇ, ਆਪ ਜੀ ਤੋਂ ਉਪਦੇਸ਼ ਲੈਂਦੇ ਨੇ, ਜੀਵਨ ਸਫਲ ਕਰ ਰਹੇ ਨੇ। ਕਹਿੰਦੇ ਨੇ ਇੱਕ ਦਿਨ ਮੇਰੇ ਸਤਿਗੁਰੂ ਜੀ ਤਖਤਾਂ 'ਤੇ ਬੈਠੇ ਔਰ ਇੱਕ ਜੋਗੀਆਂ ਦਾ ਸੰਗ ਆਪ ਜੀ ਦੀ ਸ਼ਰਣੀ ਆ ਗਿਆ। ਜੋਗੀਆਂ ਦਾ ਸੰਗ ਸਾਹਮਣੇ ਆ ਕੇ ਬੈਠ ਗਿਆ, ਨਮਸਕਾਰ ਕੀਤੀ, ਝੁਕੇ, ਹੱਥ ਜੋੜੇ ਔਰ ਕਹਿਣ ਲੱਗੇ, ਧੰਨ ਗੁਰੂ ਅੰਗਦ ਸਾਹਿਬ ਜੀਓ, ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਉਹਨਾਂ ਦੀ ਸੰਗਤ ਕੀਤੀ ਹੈ, ਉਹਨਾਂ ਨਾਲ ਵਿਚਾਰ ਵੀ ਕੀਤੀ ਹੈ। ਗੁਰੂ ਨਾਨਕ ਸਾਹਿਬ ਬੜੇ ਮਹਾਨ ਹਨ। ਗੁਰੂ ਨਾਨਕ ਸਾਹਿਬ ਅਜਿੱਤ ਹਨ, ਕੋਈ ਉਹਨਾਂ ਨੂੰ ਜਿੱਤ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਅਝੁੱਕ ਹਨ, ਉਹ ਕਿਸੇ ਅੱਗੇ ਝੁਕਦੇ ਨਹੀਂ। ਪਰ ਸੁਣਿਆ ਹੈ ਵੀ ਜਿਹੜੇ ਗੁਰੂ ਨਾਨਕ ਸਾਹਿਬ ਕਿਸੇ ਅੱਗੇ ਨਹੀਂ ਝੁਕਦੇ, ਉਹ ਤੁਹਾਡੇ ਅੱਗੇ ਝੁਕ ਗਏ। ਉਹਨਾਂ ਨੇ ਤੁਹਾਡੇ ਚਰਨਾਂ 'ਤੇ ਮੱਥਾ ਟੇਕ ਦਿੱਤਾ। ਇਸ ਕਰਕੇ ਅਸੀਂ ਤੁਹਾਡੇ ਦਰਸ਼ਨਾਂ ਲਈ ਆਏ ਹਾਂ। ਅਸੀਂ ਉਸ ਮੂਰਤ, ਉਸ ਸ਼ਖਸੀਅਤ ਨੂੰ ਦੇਖਣਾ ਚਾਹੁੰਦੇ ਸੀ ਜਿਹਦੇ ਅੱਗੇ ਗੁਰੂ ਨਾਨਕ ਨੇ ਵੀ ਮੱਥਾ ਟੇਕ ਦਿੱਤਾ। ਜੋਗੀ ਕਹਿਣ ਲੱਗੇ, ਗੁਰੂ ਅੰਗਦ ਸਾਹਿਬ, ਸੁਣਿਆ ਤੁਸੀਂ ਸ਼ਬਦ ਦਾ ਪ੍ਰਵਾਹ ਚਲਾ ਰਹੇ ਹੋ, ਲੰਗਰ ਦਾ ਪ੍ਰਵਾਹ ਚਲਾ ਰਹੇ ਹੋ, ਅਤੇ ਅਸੀਂ ਤੁਹਾਡੇ ਦਰਸ਼ਨਾਂ ਲਈ ਆਏ ਹਾਂ। ਗੁਰੂ ਅੰਗਦ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਜੋਗੀ ਜਨੋ, ਗੁਰੂ ਨਾਨਕ ਨੇ ਸਾਡੇ ਚਰਨਾਂ 'ਤੇ ਮੱਥਾ ਟੇਕਿਆ, ਇਹਦੇ ਵਿੱਚ ਸਾਡੀ ਵਡਿਆਈ ਨਹੀਂ, ਇਹ ਗੁਰੂ ਨਾਨਕ ਦਾ ਵਡੱਪਣ ਹੈ। ਔਰ ਜਿਹੜਾ ਸ਼ਬਦ ਦਾ ਪ੍ਰਵਾਹ ਅਤੇ ਲੰਗਰ ਦਾ ਪ੍ਰਵਾਹ ਚੱਲ ਰਿਹਾ ਹੈ, ਇਹ ਵੀ ਮੇਰੇ ਗੁਰੂ ਨਾਨਕ ਦੀ ਬਖਸ਼ਿਸ਼ ਹੈ। ਜੋਗੀਆਂ ਨੇ ਦੇਖਿਆ ਕਿ ਇੱਥੇ ਲੰਗਰ ਤਾਂ ਬਹੁਤ ਚੱਲ ਰਿਹਾ ਹੈ, ਪਰ ਆਪ ਜੀ ਦੇ ਨਾਮ, ਗੁਰੂ ਅੰਗਦ ਸਾਹਿਬ ਦੇ ਨਾਮ ਕੋਈ ਜਗੀਰ ਨਹੀਂ, ਕੋਈ ਇੱਥੇ ਪੈਸੇ ਦਾ ਸਾਧਨ ਨਹੀਂ। ਬਸ ਸੰਗਤ ਦੇ ਸਹਿਯੋਗ ਦੇ ਨਾਲ ਜੋ ਹੋ ਜਾਂਦਾ ਹੈ, ਉਹਦੇ ਸਦਕਾ ਇਹ ਲੰਗਰ ਚੱਲ ਰਿਹਾ ਹੈ, ਪਰ ਆਪ ਜੀ ਦੇ ਨਾਮ ਕੋਈ ਜਾਇਦਾਦ ਜਗੀਰ ਨਹੀਂ। ਅਤੇ ਜੋਗੀ ਕਹਿਣ ਲੱਗੇ, ਗੁਰੂ ਅੰਗਦ ਸਾਹਿਬ, ਤੁਹਾਡੀ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ ਹਾਂ, ਤੁਸੀਂ ਜੋ ਵਰ ਮੰਗਣਾ ਹੈ ਮੰਗੋ। ਪਹਿਲਾਂ ਗੁਰੂ ਅੰਗਦ ਸਾਹਿਬ ਜੀ ਨੇ ਨਾ ਕੀਤੀ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਸਭ ਕੁਝ ਹੈ। ਜੋਗੀ ਕਹਿਣ ਲੱਗੇ, ਸਾਡੇ ਮੂੰਹੋਂ ਨਿਕਲਿਆ ਹੈ, ਤੁਹਾਨੂੰ ਮੰਗਣਾ ਹੀ ਪੈਣਾ ਹੈ, ਕੋਈ ਵਰ ਮੰਗੋ। ਅਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਕੀ ਦੇ ਸਕਦੇ ਹੋ? ਜੋਗੀ ਕਹਿਣ ਲੱਗੇ, ਜੋ ਮੰਗੋ ਦੇਵਾਂਗੇ। ਕੋਈ ਰਿੱਧੀ ਦੇ ਸਕਦੇ ਹਾਂ, ਸਿੱਧੀ ਦੇ ਸਕਦੇ ਹਾਂ, ਜੋਗ ਦੇ ਸਕਦੇ ਹਾਂ, ਜੋਗ ਵਿਭੂਤੀ ਮੰਗਦੇ ਹੋ ਉਹ ਦੇ ਸਕਦੇ ਹਾਂ, ਜੋ ਮੰਗੋ ਉਹ ਦੇਵਾਂਗੇ। ਗੁਰੂ ਅੰਗਦ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਜੋਗੀ ਜਨੋ, ਜੇ ਕੁਝ ਦੇਣਾ ਹੀ ਚਾਹੁੰਦੇ ਹੋ, ਫਿਰ ਇੱਕ ਕੰਮ ਕਰੋ, ਸਾਨੂੰ ਗਰੀਬੀ ਦਾਨ ਦੇਵੋ। ਗਰੀਬੀ ਦਾਨ ਤੋਂ ਭਾਵ ਕਿ ਇੰਨਾ ਨਿਮਰ ਭਾਵ ਹੋਵੇ ਕਿ ਗਰੀਬਾਂ ਦੇ ਨਾਲ ਵੀ ਪਿਆਰ ਕਰਨਾ ਆ ਜਾਵੇ। ਜੋਗੀ ਕੁਝ ਸਮਾਂ ਸੋਚਦੇ ਨੇ, ਆਪਣੇ ਗਿਆਨ ਦੇ ਭੰਡਾਰੇ 'ਚੋਂ ਦੇਖਦੇ ਨੇ ਵੀ ਇਹ ਗਰੀਬੀ ਦਾਨ ਤਾਂ ਸਾਡੀ ਗਿਆਨ ਦੀ ਡਿਕਸ਼ਨਰੀ 'ਚ ਹੈ ਹੀ ਨਹੀਂ। ਸਾਡੇ ਕੋਲ ਰਿੱਧੀਆਂ ਨੇ, ਸਿੱਧੀਆਂ ਨੇ, ਜੋਗੀਆਂ ਦੀਆਂ ਜੁਗਤਾਂ ਨੇ, ਹੋਰ ਬੜਾ ਕੁਛ ਹੈ, ਪਰ ਜੋ ਗੁਰੂ ਅੰਗਦ ਸਾਹਿਬ ਮੰਗ ਰਹੇ ਨੇ ਇਹ ਤਾਂ ਸਾਡੇ ਕੋਲ ਹੈ ਹੀ ਨਹੀਂ। ਔਰ ਨਾਲ ਹੀ ਇਹ ਵਿਚਾਰ ਫੁੱਟਦੀ ਹੈ ਕਿ ਗਰੀਬੀ ਦਾਨ ਤਾਂ ਗੁਰੂ ਨਾਨਕ ਸਾਹਿਬ ਜੀ ਧੁਰੋਂ ਲੈ ਕੇ ਆਏ ਨੇ। ਜੋਗੀਆਂ ਨੇ ਹੱਥ ਜੋੜ ਦਿੱਤਾ, ਕਹਿਣ ਲੱਗੇ, ਗੁਰੂ ਅੰਗਦ ਸਾਹਿਬ, ਇਹ ਗਰੀਬੀ ਤਾਂ ਗੁਰੂ ਨਾਨਕ ਸਾਹਿਬ ਧੁਰੋਂ ਲੈ ਕੇ ਆਏ ਨੇ ਔਰ ਤੁਹਾਨੂੰ ਦੇ ਕੇ ਗਏ ਨੇ, ਫਿਰ ਤੁਹਾਨੂੰ ਇਹ ਗਰੀਬੀ ਦਾਨ ਦੀ ਹੋਰ ਕੀ ਲੋੜ? ਤੁਸੀਂ ਤਾਂ ਪਹਿਲਾਂ ਹੀ ਇਹਦੇ ਭੰਡਾਰੇ ਭਰੀ ਬੈਠੇ ਹੋ। ਇਸ ਤਰ੍ਹਾਂ ਇਹ ਜੋਗੀ ਗੁਰੂ ਅੰਗਦ ਸਾਹਿਬ ਦੀ ਸਿਫਤ ਸਲੋਹਤਾ ਕਰਕੇ ਇੱਥੋਂ ਚਾਲੇ ਪਾ ਦਿੰਦੇ ਨੇ। ਪਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਕਰਨੀ ਤੋਂ ਦਿਖਾ ਦਿੱਤਾ ਕਿ ਭਾਵੇਂ ਆਪ ਜੀ ਤਖਤਾਂ 'ਤੇ ਬੈਠੇ ਨੇ, ਪਰ ਹਜੇ ਵੀ ਆਪ ਜੀ ਦੇ ਵਿੱਚ ਉਵੇਂ ਹੀ ਨਿਮਰ ਭਾਵ ਹੈ ਜਿਵੇਂ ਗੁਰੂ ਨਾਨਕ ਦੀ ਸ਼ਰਣੀ ਆਉਣ ਤੋਂ ਬਾਅਦ ਹੋਇਆ ਸੀ। ਤੋ ਨਿਮਰਤਾ ਦੀ ਮਿਸਾਲ ਧੰਨ ਗੁਰੂ ਅੰਗਦ ਸਾਹਿਬ। ਜੋਗੀ ਤਾਂ ਚਲੇ ਗਏ, ਪਰ ਕਈ ਗੁਰਸਿੱਖ ਆਉਂਦੇ ਰਹਿੰਦੇ, ਕਈ ਜਗਿਆਸੂ ਆਉਂਦੇ ਔਰ ਗੁਰੂ ਅੰਗਦ ਸਾਹਿਬ ਤੋਂ ਉਪਦੇਸ਼ ਲੈ ਕੇ ਜਾਂਦੇ। ਸਾਡੇ ਇਤਿਹਾਸ ਵਿੱਚ ਲਿਖਿਆ, ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਕਹਿੰਦੇ ਨੇ ਕਿ ਇੱਕ ਭਾਈ ਕਿਦਾਰੂ ਨਾਮ ਜੀ ਦਾ ਜਗਿਆਸੂ ਗੁਰੂ ਅੰਗਦ ਸਾਹਿਬ ਦੀ ਸ਼ਰਣੀ ਆਉਂਦਾ ਹੈ ਔਰ ਹੱਥ ਜੋੜ ਕੇ ਬੇਨਤੀ ਕਰਦਾ ਹੈ, ਪਾਤਸ਼ਾਹ, ਚੇਤ ਦਾ ਮਹੀਨਾ ਮੁੱਕ ਰਿਹਾ ਹੈ, ਅੱਤ ਗਰਮੀ ਪੈ ਰਹੀ ਏ ਔਰ ਮੈਂ ਦੇਖਦਾ ਵੀ ਇੰਨੀ ਗਰਮੀ ਦੇ ਵਿੱਚ ਬਨਾਂ ਦੇ ਬਨ, ਜੰਗਲਾਂ ਦੇ ਜੰਗਲ ਸੜਦੇ ਨੇ ਔਰ ਜੰਗਲ ਦੇ ਵਿੱਚ ਰਹਿਣ ਵਾਲੇ ਜਿਹੜੇ ਜਾਨਵਰ ਨੇ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ, ਉਹ ਇਸ ਅੱਗ ਦੇ ਵਿੱਚ ਸੜ ਰਹੇ ਨੇ।
ਤੇ ਪਾਤਸ਼ਾਹ ਮੈਂ ਵੀ ਅਹਿਸਾਸ ਕੀਤਾ ਹੈ ਕਿ ਜਿਵੇਂ ਜੰਗਲ ਸੜਦੇ ਨੇ, ਤਪਦੇ ਨੇ ਤੇ ਜਾਨਵਰ ਬਹੁਤ ਦੁਖੀ ਹੁੰਦੇ ਨੇ, ਇਸੇ ਤਰ੍ਹਾਂ ਇਸ ਸੰਸਾਰ ਨੂੰ ਵੀ ਵਕਾਰਾਂ ਦੀ ਅੱਗ ਲੱਗੀ ਹੈ ਤੇ ਅਸੀਂ ਇਨਸਾਨ ਉਸ ਵਕਾਰਾਂ ਦੀ ਅੱਗ ਵਿੱਚ ਸੜ ਸੜ ਕੇ ਦੁਖੀ ਹੋ ਰਹੇ ਹਾਂ। ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ, ਮੈਨੂੰ ਦੱਸਣਾ ਕਰੋ ਕਿ ਇਸ ਅੱਗ ਤੋਂ ਕਿਵੇਂ ਬਚਿਆ ਜਾਵੇ। ਗੁਰੂ ਅੰਗਦ ਸਾਹਿਬ ਜੀ ਨੇਤਰ ਮੁੰਦ ਲੈਂਦੇ ਨੇ ਔਰ ਫਿਰ ਭਾਈ ਕਿਦਾਰੂ ਜੀ ਨੂੰ ਉਪਦੇਸ਼ ਕਰਦੇ ਨੇ, ਕਿਦਾਰੂ ਜੀ ਤੁਸੀਂ ਮੈਨੂੰ ਦੱਸੋ ਕਿ ਜਦੋਂ ਬਨ ਸੜਦੇ ਨੇ ਤੇ ਜਿਹੜੇ ਮਿਰਗ, ਹਿਰਨ, ਜਾਨਵਰ ਕਿਵੇਂ ਬਚਦੇ ਨੇ। ਕਿਦਾਰੂ ਜੀ ਕਹਿਣ ਲੱਗੇ, ਪਾਤਸ਼ਾਹ ਜਿਹੜੇ ਜਾਨਵਰ ਤਾਂ ਨਦੀ ਦੇ ਵਿੱਚ ਆ ਜਾਂਦੇ ਨੇ ਉਹ ਤਾਂ ਇਸ ਅੱਗ ਤੋਂ ਬਚ ਜਾਂਦੇ ਨੇ, ਪਰ ਜਿਹੜੇ ਨਦੀ ਦੇ ਕੋਲ, ਨਦੀ ਦੇ ਵਿੱਚ ਨਹੀਂ ਆਉਂਦੇ, ਉਹ ਇਸ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਜਾਂਦੇ ਨੇ। ਗੁਰੂ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ, ਕਿਦਾਰੂ ਜੀ ਬਸ ਇਹੀ ਜੁਗਤ ਹੈ ਇਹਨਾਂ ਵਕਾਰਾਂ ਦੀ ਅੱਗ ਤੋਂ ਬਚਣ ਦੀ। ਕਹਿੰਦੇ ਨੇ ਜਿਵੇਂ ਜਿਹੜੇ ਮਿਰਗ, ਜਿਹੜੇ ਜਾਨਵਰ ਨਦੀ ਦੀ ਸ਼ਰਨ ਆ ਗਏ ਉਹ ਤਾਂ ਅੱਗ ਤੋਂ ਬਚ ਜਾਂਦੇ ਨੇ, ਪਰ ਨਦੀ ਤੋਂ ਦੂਰ ਰਹਿਣ ਵਾਲੇ ਇਸ ਅੱਗ ਦੇ ਵਿੱਚ ਤਪ ਜਾਂਦੇ ਨੇ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਰਹਿਣ ਵਾਲਾ ਜਿਹੜਾ ਸੰਗਤ ਦੀ ਸ਼ਰਨੀ ਆ ਗਿਆ ਉਹ ਤਾਂ ਵਕਾਰਾਂ ਦੀ ਇਸ ਅੱਗ ਤੋਂ ਬਚ ਜਾਵੇਗਾ, ਪਰ ਸੱਚੀ ਸਤ ਸੰਗਤ ਤੋਂ ਦੂਰ ਰਹਿਣ ਵਾਲਾ ਇਸ ਵਕਾਰਾਂ ਦੇ ਵਿੱਚ ਜ਼ਰੂਰ ਸੜੇਗਾ। ਮਹਾਰਾਜ ਕਹਿੰਦੇ ਸੰਗਤ ਹੀ ਇੱਕ ਐਸਾ ਤਰੀਕਾ ਹੈ ਜਿਹੜਾ ਸਾਨੂੰ ਵਕਾਰਾਂ ਦੀ ਅੱਗ ਤੋਂ ਬਚਾ ਸਕਦਾ ਹੈ। ਔਰ ਸੱਚਾਈ ਇਹ ਸਾਧ ਸੰਗਤ, ਜਿਵੇਂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਬਚਨ ਕੀਤਾ ਹੈ ਨਾ ਕਿ ਬਿਨ ਸੰਗਤ ਮੈਲ ਭਰੀਜੈ ਜੀਓ। ਜਿਹੜਾ ਇਨਸਾਨ ਸਤ ਸੰਗਤ ਦੇ ਵਿੱਚ ਨਹੀਂ ਜੁੜਦਾ ਨਾ ਸਾਧ ਸੰਗਤ, ਉਹਦਾ ਮਨ ਮੈਲਾ ਹੋ ਜਾਂਦਾ ਹੈ, ਵਕਾਰਾਂ ਦੇ ਵਿੱਚ ਡੁੱਬ ਜਾਂਦਾ ਹੈ, ਵਕਾਰਾਂ ਦੀ ਅੱਗ ਦੇ ਨਾਲ ਸੜ ਸੜ ਕੇ ਦੁਖੀ ਹੁੰਦਾ ਹੈ। ਪਰ ਜਿਹੜਾ ਸੱਚੀ ਸੰਗਤ ਦੇ ਵਿੱਚ ਆ ਜਾਂਦਾ ਹੈ ਫਿਰ ਉਹਨੂੰ ਨਾਮ ਜਪਣ ਦਾ ਚਾਅ ਪੈਦਾ ਹੋ ਜਾਂਦਾ ਹੈ। ਗੁਰਸਿੱਖਾਂ ਨੂੰ ਦੇਖ ਕੇ ਸੰਗਤ ਵਿੱਚ ਰਹਿ ਕੇ ਬੰਦਾ ਨੇਮੀ ਹੋ ਜਾਂਦਾ ਹੈ, ਪ੍ਰੇਮੀ ਹੋ ਜਾਂਦਾ ਹੈ, ਵਕਾਰਾਂ ਤੋਂ ਬਚ ਜਾਂਦਾ ਹੈ। ਇਸ ਕਰਕੇ ਗੁਰੂ ਅੰਗਦ ਸਾਹਿਬ ਕਹਿੰਦੇ, ਭਾਈ ਕਿਦਾਰੂ ਜੀ ਸੰਗਤ ਹੀ ਇੱਕ ਐਸਾ ਤਰੀਕਾ ਹੈ ਜਿਹੜਾ ਸਾਨੂੰ ਇਸ ਵਕਾਰਾਂ ਦੀ ਅੱਗ ਤੋਂ ਬਚਾ ਸਕਦਾ ਹੈ। ਇਸ ਤਰ੍ਹਾਂ ਭਾਈ ਕਿਦਾਰੂ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੋਂ ਉਪਦੇਸ਼ ਲੈ ਕੇ ਬੰਦ ਖਲਾਸੀ ਹਾਸਲ ਕਰਦੇ ਨੇ। ਇਸੇ ਪ੍ਰਕਾਰ ਹੋਰ ਵੀ ਬੜੇ ਗੁਰਸਿੱਖ ਆਉਂਦੇ ਨੇ। ਇੱਕ ਭਾਈ ਗੁੱਜਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸ਼ਰਨੀ ਆਏ। ਆਪ ਜੀ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਸਾਡੇ ਉਧਾਰ ਲਈ, ਸਾਡੀ ਬੰਦ ਖਲਾਸੀ ਲਈ ਕਿਰਪਾ ਕਰਕੇ ਸਾਨੂੰ ਕੋਈ ਉਪਦੇਸ਼ ਦੇਵੋ। ਤੇ ਉਸ ਵਕਤ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ 3 ਉਪਦੇਸ਼ ਦਿੱਤੇ। ਮਹਾਰਾਜ ਕਹਿਣ ਲੱਗੇ, ਗੁੱਜਰ ਜੀ ਆਪਣੀ ਜ਼ਿੰਦਗੀ ਦੇ ਵਿੱਚ ਇਹ 3 ਕੰਮ ਜ਼ਰੂਰ ਕਰਨੇ ਨੇ। ਪਹਿਲਾ, ਪਾਪ ਕਰਮਾਂ ਤੋਂ ਬਚ ਕੇ ਰਹਿਣਾ, ਕੋਈ ਪਾਪ ਨਹੀਂ ਕਰਨਾ, ਕੋਈ ਬੇਈਮਾਨੀ ਨਹੀਂ ਕਰਨੀ, ਕਿਸੇ ਦਾ ਬੁਰਾ ਨਹੀਂ ਕਰਨਾ, ਪਾਪ ਕਰਮਾਂ ਤੋਂ ਬਚ ਕੇ ਰਹਿਣਾ ਹੈ। ਦੂਜਾ, ਕਿਸੇ ਗਰੀਬ ਲੋੜਵੰਦ ਦਾ ਕੰਮ ਹੋਵੇ ਉਸ ਕੰਮ ਨੂੰ ਗੁਰੂ ਦਾ ਕੰਮ ਜਾਣਨਾ ਹੈ ਔਰ ਗੁਰੂ ਦਾ ਜਾਣ ਕੇ ਉਸ ਕੰਮ ਨੂੰ ਕਰਨਾ ਹੈ, ਲੋੜਵੰਦ ਦੀ ਮਦਦ ਕਰਨੀ ਹੈ। ਔਰ ਤੀਸਰਾ, ਅੰਮ੍ਰਿਤ ਵੇਲੇ ਉੱਠ ਕੇ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰੋ। ਇਹ 3 ਜੇ ਕੰਮ ਤੁਸੀਂ ਕਰ ਲਵੋਗੇ ਤੇ ਜ਼ਿੰਦਗੀ ਦੇ ਵਿੱਚ ਉਧਾਰ ਹੋਵੇਗਾ, ਬੰਦ ਖਲਾਸੀ ਹੋਵੇਗੀ। ਕਈ ਸਾਲ ਭਾਈ ਗੁੱਜਰ ਜੀ ਨੇ ਇਸ ਤਰ੍ਹਾਂ ਹੀ ਕੀਤਾ। ਗੁਰੂ ਅੰਗਦ ਸਾਹਿਬ ਜੀ ਤੋਂ ਉਪਦੇਸ਼ ਲੈ ਕੇ ਹੁਣ ਇਸ ਤਰ੍ਹਾਂ ਹੀ ਆਪਣਾ ਜੀਵਨ ਨਿਰਵਾਹ ਕਰ ਰਿਹਾ ਹੈ। ਕਹਿੰਦੇ ਨੇ ਕਿ ਪਰਮਾਤਮਾ ਨੇ ਭਾਈ ਗੁੱਜਰ ਦੀ ਪ੍ਰੀਖਿਆ ਪਾਈ। ਇੱਕ ਦਿਨ ਕੀ ਹੋਇਆ, ਅੱਧੀ ਰਾਤ ਹੈ ਔਰ ਅੱਧੀ ਰਾਤ ਮਗਰੋਂ ਕੋਈ ਸਾਧੂ ਜਨ ਆਪ ਜੀ ਦੇ ਘਰ ਆਉਂਦੇ ਨੇ ਔਰ ਆ ਕੇ ਹੱਥ ਜੋੜਦੇ ਨੇ, ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ ਜੀ ਦੇ ਗੁਰਸਿੱਖਾ, ਸੁਣਿਆ ਤੂੰ ਬੜਾ ਪਰਉਪਕਾਰੀ ਹੈ। ਆਪ ਜੀ ਦੇ ਗਿਆਤ ਲਈ ਅਰਜ਼ ਕਰ ਦੇਵਾਂ, ਇਹ ਜਿਹੜੇ ਸਾਧੂ ਆਏ ਸਨ ਇਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਸਨ। ਕਿਸੇ ਨੇ ਨਿੱਜੀ ਰੰਜਿਸ਼ ਕਰਕੇ ਇਹਨਾਂ ਨੂੰ ਬੰਦੀ ਬਣਵਾ ਦਿੱਤਾ ਸੀ ਹਾਕਮ ਦੀ ਜੇਲ੍ਹ ਦੇ ਵਿੱਚ। ਇਸ ਕਰਕੇ ਇਹ ਸਾਧੂ ਜਨ ਕਿਸੇ ਤਰੀਕੇ ਦੇ ਨਾਲ ਉੱਥੋਂ ਬਚ ਕੇ ਇਸ ਭਾਈ ਗੁੱਜਰ ਜੀ ਦੇ ਘਰ ਆਉਂਦੇ ਨੇ, ਹੱਥ ਜੋੜ ਕੇ ਬੇਨਤੀ ਕਰਦੇ ਨੇ, ਸੁਣਿਆ ਤੂੰ ਗੁਰੂ ਪਾਤਸ਼ਾਹ ਦਾ ਸਿੱਖ ਹੈ, ਪਰਉਪਕਾਰੀ ਹੈ, ਸਾਨੂੰ ਕਿਸੇ ਨੇ ਨਿੱਜੀ ਖੁੰਝਸ ਦੇ ਕਰਕੇ ਸਾਨੂੰ ਬੰਦੀ ਬਣਵਾ ਦਿੱਤਾ, ਕਿਸੇ ਤਰੀਕੇ ਦੇ ਨਾਲ ਤੇਰੀ ਸ਼ਰਨੀ ਆਏ ਆ, ਕਿਰਪਾ ਕਰ ਸਾਡੀਆਂ ਇਹ ਬੇੜੀਆਂ ਕੱਟ ਦੇ ਤਾਂ ਕਿ ਅਸੀਂ ਕਿਸੇ ਦੂਸਰੇ ਇਲਾਕੇ ਦੇ ਵਿੱਚ ਜਾ ਕੇ ਸ਼ਰਨ ਲੈ ਸਕੀਏ। ਹੁਣ ਇਹ ਕੰਮ ਬੜਾ ਜੋਖਮ ਭਰਿਆ ਸੀ ਸਾਧ ਸੰਗਤ, ਕਿਉਂਕਿ ਜਿਹੜਾ ਹਾਕਮ ਦਾ ਭਗੌੜਾ ਹੋਵੇ ਉਹਦੀਆਂ ਬੇੜੀਆਂ ਕੱਟ ਦੇਣੀਆਂ, ਔਰ ਜੇ ਹਾਕਮ ਦੀ ਨਜ਼ਰ ਦੇ ਵਿੱਚ ਭਾਈ ਗੁੱਜਰ ਜੀ ਆ ਜਾਂਦੇ ਤੇ ਆਪ ਜੀ ਨੂੰ ਵੀ ਬੜੀ ਵੱਡੀ ਸਜ਼ਾ ਹੋਣੀ ਸੀ। ਪਰ ਆਪ ਨੇ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤਿਆਂ ਗੁਰੂ ਦੇ ਉਸ ਹੁਕਮ ਨੂੰ ਸੱਤ ਕਰਕੇ ਮੰਨਿਆ ਕਿ ਕੋਈ ਗਰੀਬ ਜਾਂ ਲੋੜਵੰਦ ਦਾ ਕੰਮ ਹੋਵੇ ਉਸ ਕੰਮ ਨੂੰ ਗੁਰੂ ਦਾ ਕੰਮ ਕਰਕੇ ਜਾਣਨਾ ਹੈ। ਭਾਈ ਗੁੱਜਰ ਜੀ ਨੇ ਇਸ ਤਰ੍ਹਾਂ ਹੀ ਕੀਤਾ। ਇਹਨਾਂ ਸਾਧੂ ਜਨਾਂ ਦਾ, ਕਿਉਂਕਿ ਇਹ ਹੈ ਬੇਕਸੂਰ ਸਨ,
ਬੇਕਸੂਰ ਸਨ ਔਰ ਇਹਨਾਂ ਦਾ ਭਲਾ ਕਰਨਾ ਗੁਰੂ ਦੀ ਸੇਵਾ ਕਰਨਾ ਸੀ। ਭਾਈ ਗੁੱਜਰ ਜੀ ਨੇ ਇਹਨਾਂ ਸਾਧੂ ਜਨਾਂ ਦੀਆਂ ਪੈਰਾਂ ਦੀਆਂ ਬੇੜੀਆਂ ਤੋੜ ਦਿੱਤੀਆਂ ਔਰ ਇਹ ਸਾਧੂ ਜਨ ਭਾਈ ਗੁੱਜਰ ਜੀ ਦੀ ਮਦਦ ਦੇ ਨਾਲ ਉਹ ਇਲਾਕੇ ਤੋਂ ਦੌੜ ਜਾਂਦੇ ਨੇ ਔਰ ਕਿਸੇ ਦੂਸਰੇ ਹਾਕਮ ਦੇ ਇਲਾਕੇ ਦੇ ਵਿੱਚ ਜਾ ਕੇ ਸ਼ਰਨ ਲੈ ਲੈਂਦੇ ਨੇ। ਇਸ ਤਰ੍ਹਾਂ ਭਾਈ ਗੁੱਜਰ ਜੀ ਨੇ ਇਹ ਪਰਉਪਕਾਰ ਦਾ ਕੰਮ ਕੀਤਾ। ਜਦੋਂ ਦੁਬਾਰਾ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਣੀ ਗਏ, ਖਡੂਰ ਸਾਹਿਬ ਗਏ, ਗੁਰੂ ਅੰਗਦ ਸਾਹਿਬ ਜੀ ਬਹੁਤ ਪ੍ਰਸੰਨ ਹੋਏ। ਆਪ ਜੀ ਦੇ ਸਿਰ 'ਤੇ ਹੱਥ ਰੱਖ ਕੇ ਆਪ ਜੀ ਨੂੰ ਨਾਮ ਦਾਨ ਦਿੱਤਾ ਔਰ ਆਪ ਜੀ ਦੇ ਜੀਵਨ ਨੂੰ ਸਫਲ ਕੀਤਾ। ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤਾ ਹੈ, ਗੁੱਜਰ ਜਾਤ ਲੁਹਾਰ ਹੈ, ਗੁਰਸਿੱਖੀ ਗੁਰਸਿੱਖ ਸੁਣਾਵੇ। ਭਾਈ ਗੁਰਦਾਸ ਜੀ ਨੇ ਹੋਰ ਵੀ ਬੜੇ ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਗੁਰਸਿੱਖਾਂ ਦੇ ਵਿੱਚ ਲਾਲੂ, ਦੁਰਗਾ ਔਰ ਭਾਈ ਜੀਵੰਦਾ ਜੀ ਵੀ ਆਉਂਦੇ ਨੇ। ਭਾਈ ਗੁਰਦਾਸ ਜੀ ਦੇ ਇਹਨਾਂ ਬਚਨਾਂ ਤੋਂ ਇੰਜ ਜਾਪਦਾ ਹੈ ਜਿਵੇਂ ਇਹ ਤਿੰਨ ਗੁਰਸਿੱਖ ਇਕੱਠੇ ਗੁਰੂ ਸਾਹਿਬ ਜੀ ਦੀ ਸ਼ਰਣੀ ਆਏ ਹੋਣ। ਕਹਿੰਦੇ ਨੇ ਇੱਕ ਦਿਨ ਇਹ ਤਿੰਨੋਂ ਜਾਣੇ ਗੁਰੂ ਸਾਹਿਬ ਦੀ ਸ਼ਰਣੀ ਆਉਂਦੇ ਨੇ ਔਰ ਹੱਥ ਜੋੜ ਕੇ ਬੇਨਤੀ ਕਰਦੇ ਨੇ, ਪਾਤਸ਼ਾਹ ਜੀਓ, ਜੀਵਨ ਸਫਲ ਕਰਨਾ ਚਾਹੁੰਦੇ ਆ ਪਰ ਮਾੜਾ ਸੁਭਾਅ ਸਾਡੇ ਜੀਵਨ ਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ। ਇਸ ਕਰਕੇ ਕਿਰਪਾ ਕਰਕੇ ਸਾਨੂੰ ਉਪਦੇਸ਼ ਦੇਵੋ ਕਿ ਇਸ ਮਾੜੇ ਸੁਭਾਅ ਤੋਂ ਕਿਵੇਂ ਬਚੀਏ, ਸੁਭਾਅ ਕਿਵੇਂ ਬਦਲਦਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ, ਗੁਰਸਿੱਖ ਜਨੋ, ਸੁਭਾਅ ਸਾਡੇ ਕਰਮਾਂ ਦੇ ਨਾਲ ਬਣਦਾ ਹੈ। ਜਿਹੜਾ ਕਰਮ ਅਸੀਂ ਲਗਾਤਾਰ ਕਰਦੇ ਰਹਿੰਦੇ ਹਾਂ ਉਹਨਾਂ ਕਰਮਾਂ ਦੇ ਸਦਕਾ ਸਾਡਾ ਸੁਭਾਅ ਬਣ ਜਾਂਦਾ ਹੈ। ਮਾੜੇ ਕਰਮ ਕਰਾਂਗੇ ਮਾੜਾ ਸੁਭਾਅ ਬਣ ਜਾਏਗਾ, ਚੰਗੇ ਕਰਮ ਕਰਦੇ ਰਵਾਂਗੇ ਚੰਗਾ ਸੁਭਾਅ ਬਣ ਜਾਏਗਾ। ਜਿਵੇਂ ਇੱਕ ਪੱਥਰ 'ਤੇ ਲਗਾਤਾਰ ਇੱਕ ਬੂੰਦ ਪੈਂਦੀ ਰਵੇ ਤੇ ਉਹ ਨਿਸ਼ਾਨ ਉਸ ਪੱਥਰ 'ਤੇ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਕਰਮ ਕਰਦੇ ਰਵਾਂਗੇ ਉਹੀ ਨਿਸ਼ਾਨ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ। ਸਾਧ ਸੰਗਤ, ਗੁਰੂ ਅੰਗਦ ਸਾਹਿਬ ਕਹਿੰਦੇ ਨੇ, ਜੇ ਸੁਭਾਅ ਬਦਲਣਾ ਚਾਹੁੰਦੇ ਹੋ ਤਾਂ ਆਹ ਦੋ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲੈ ਆਓ। ਕਹਿਣ ਲੱਗੇ, ਪਾਤਸ਼ਾਹ ਕਿਹੜੇ? ਗੁਰੂ ਅੰਗਦ ਸਾਹਿਬ ਕਹਿੰਦੇ ਨੇ, ਸੁਭਾਅ ਬਦਲਣ ਲਈ ਸਭ ਤੋਂ ਪਹਿਲਾ ਜ਼ਰੂਰੀ ਕੰਮ ਹੈ ਕਿ ਲਗਾਤਾਰ ਪਰਉਪਕਾਰੀ ਕਰਮ ਕਰਦੇ ਰਹੋ, ਚੰਗੇ ਕਰਮ ਕਰਦੇ ਰਹੋ। ਕਿਉਂਕਿ ਚੰਗੇ ਕਰਮ ਕਰਦੇ ਰਹੋਗੇ ਤੇ ਸੁਭਾਅ ਚੰਗਾ ਬਣਨਾ ਹੈ। ਪਰ ਮਨ ਦੇ ਵਿੱਚ ਮੈਲ ਵੀ ਬਹੁਤ ਹੈ। ਜਿਹੜਾ ਪੁਰਾਣਾ ਸੁਭਾਅ ਹੈ, ਗੰਦਾ ਗਲਤ ਸੁਭਾਅ ਹੈ, ਉਹਦੀ ਮੈਲ ਵੀ ਬਹੁਤ ਹੈ। ਉਹਨੂੰ ਕੱਟਣ ਲਈ, ਉਹਨੂੰ ਧੋਣ ਲਈ ਤੁਹਾਨੂੰ ਦੂਜਾ ਕੰਮ ਇਹ ਕਰਨਾ ਪਵੇਗਾ ਕਿ ਲਗਾਤਾਰ ਉਸ ਪਰਮਾਤਮਾ ਦੇ ਗੁਣ ਗਾਵੋ, ਗੁਰਬਾਣੀ ਗਾਓ, ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਕਰੋ। ਜੇ ਇਹ ਦੋ ਕੰਮ ਤੁਸੀਂ ਕਰ ਲਏ, ਇੱਕ ਲਗਾਤਾਰ ਪਰਉਪਕਾਰੀ ਕਰਮ ਕਰਨੇ, ਦੂਜਾ ਨਾਲ ਨਾਲ ਗੁਰਬਾਣੀ ਗਾਉਣੀ, ਪਰਮਾਤਮਾ ਦੇ ਗੁਣ ਗਾਉਣੇ, ਜਿਹੜਾ ਇਨਸਾਨ ਇਹਨਾਂ ਦੋ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਅਮਲ ਦੇ ਵਿੱਚ ਲੈ ਆਏਗਾ, ਉਹਦਾ ਬੁਰੇ ਤੋਂ ਬੁਰਾ ਸੁਭਾਅ ਵੀ ਬਦਲ ਜਾਂਦਾ ਹੈ। ਇਹ ਗੁਰਸਿੱਖ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ, ਕਹਿਣ ਲੱਗੇ, ਪਾਤਸ਼ਾਹ ਤੁਸੀਂ ਹੁਕਮ ਕੀਤਾ ਪਰਉਪਕਾਰੀ ਕਰਮ ਕਰਨੇ ਨੇ, ਹੁਣ ਕਿਰਪਾ ਕਰਕੇ ਇਹ ਵੀ ਦੱਸੋ ਕਿ ਇਹ ਪਰਉਪਕਾਰੀ ਕਰਮ ਕਿਹੜੇ ਹੁੰਦੇ ਨੇ। ਮਹਾਰਾਜ ਜੀ ਰਹਿਮਤ ਕਰਦੇ ਨੇ। ਮਹਾਰਾਜ ਕਹਿੰਦੇ, ਪਰਉਪਕਾਰ ਤਿੰਨ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਪਹਿਲਾ ਤਰੀਕਾ ਸਰੀਰ ਕਰਕੇ ਪਰਉਪਕਾਰ ਕਰਨਾ, ਸਰੀਰ ਕਰਕੇ ਕਿਸੇ ਦਾ ਕੰਮ ਸਵਾਰ ਦੇਣਾ, ਇਹਨੂੰ ਸਰੀਰਕ ਪਰਉਪਕਾਰ ਕਹਿੰਦੇ ਨੇ। ਦੂਸਰਾ ਪਰਉਪਕਾਰ ਹੈ ਧਨ ਕਰਕੇ, ਆਪਣੀ ਕਮਾਈ ਦੇ ਵਿੱਚੋਂ ਜੋ ਕਮਾ ਰਹੇ ਹਾਂ ਉਸ ਕਮਾਈ ਦੇ ਵਿੱਚੋਂ ਕੁਝ ਹਿੱਸਾ ਕਿਸੇ ਲੋੜਵੰਦ ਦੀ ਮਦਦ ਲਈ ਵਰਤੋ। ਇਹ ਦੂਜੇ ਪ੍ਰਕਾਰ ਦਾ ਪਰਉਪਕਾਰੀ ਕਰਮ ਹੈ। ਔਰ ਤੀਜਾ ਸਭ ਤੋਂ ਵੱਡਾ ਪਰਉਪਕਾਰ ਹੁੰਦਾ ਹੈ। ਕਹਿਣ ਲੱਗੇ ਮਹਾਰਾਜ ਕੀ? ਗੁਰੂ ਅੰਗਦ ਸਾਹਿਬ ਰਹਿਮਤ ਕਰਦੇ ਨੇ। ਮਹਾਰਾਜ ਕਹਿੰਦੇ, ਪਹਿਲਾਂ ਆਪ ਨਾਮ ਨੂੰ ਦ੍ਰਿੜ ਕਰਨਾ, ਆਪ ਗੁਨਾਹ ਦੇ ਧਾਰਨੀ ਹੋਣਾ, ਔਰ ਜਦੋਂ ਆਪ ਗੁਨਾਹ ਨੂੰ ਦ੍ਰਿੜ ਕਰ ਲਿਆ ਫਿਰ ਉਸ ਤੋਂ ਬਾਅਦ ਕਿਸੇ ਦੂਜੇ ਨੂੰ ਵੀ ਪਰਮਾਤਮਾ ਦੇ ਨਾਮ ਦੀ ਮਹਿਮਾ ਦੱਸਣੀ ਤਾਂ ਕਿ ਉਹਦੇ ਅੰਦਰ ਵੀ ਨਾਮ ਜਪਣ ਦਾ ਚਾਅ ਪੈਦਾ ਹੋ ਜਾਵੇ। ਮਹਾਰਾਜ ਕਹਿੰਦੇ, ਜੇ ਤੁਹਾਡੇ ਕਰਕੇ ਕਿਸੇ ਨੂੰ ਨਾਮ ਦੀ ਲਿਵ ਲੱਗ ਗਈ, ਇਸ ਤੋਂ ਵੱਡਾ ਕੋਈ ਪਰਉਪਕਾਰ ਨਹੀਂ ਹੋ ਸਕਦਾ। ਇਸ ਪ੍ਰਕਾਰ ਇਹ ਤਿੰਨੋਂ ਗੁਰਸਿੱਖ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੋਂ ਉਪਦੇਸ਼ ਲੈ ਕੇ ਅਮਲ ਵੀ ਕਰਦੇ ਨੇ ਔਰ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਨੇ। ਭਾਈ ਗੁਰਦਾਸ ਜੀ ਦਾ ਬਚਨ ਹੈ, ਲਾਲ ਸੋ ਲਾਲੂ ਬੁੱਧਵਾਰ, ਦੁਰਗਾ ਜੀਵੰਦਾ ਪਰਉਪਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।